पहला प्रश्न, सतपुरुष ते आम मनुख। गुर कहिया साकार कमावो, गुर की करणी काहे तावो। बाबा जी सत श्री अकाल। बाबा जी गुरबाणी दियां इन्हां लाइनां दा अर्थ ਤੁਸੀਂ ਪੂਰਾ ਹੀ ਸੰਸਾਰ ਦੀ ਸੋਚ ਤੋਂ ਉਲਟ ਕੀਤਾ ਹੈ। ਸੰਸਾਰ ਕਹਿੰਦਾ ਹੈ ਮਨੁੱਖ ਦੇ ਕਰਮ ਦੇਖੋ ਕੀ ਨੇ, ਉਹ ਕਰ ਕੀ ਰਿਹਾ ਹੈ, ਉਹ ਨਾ ਦੇਖੋ ਜੋ ਉਹ ਕਹਿ ਰਿਹਾ ਹੈ। ਸੰਸਾਰ ਕਹਿੰਦਾ ਹੈ ਮਨੁੱਖ ਦਾ ਕਰਮ ਸੱਚ ਹੈ ਤੇ ਕਰਨੀ ਝੂਠ ਹੈ। ਇਹ ਤੁਹਾਡੇ ਵੱਲੋਂ ਸਮਝਾਏ ਅਰਥਾਂ ਦੇ ਬਿਲਕੁਲ ਉਲਟ ਹੈ। ਤੁਸੀਂ ਕਿਹਾ ਹੈ ਕਿ ਸਤਿਪੁਰਸ਼ ਦੇ ਬਚਨ ਦੇਖੋ ਕਿ ਕੀ ਕਹੇ ਨੇ, ਉਸ ਦੇ ਕਰਮ ਨਾ ਦੇਖੋ ਕਿ ਉਹ ਕੀ ਕਰ ਰਿਹਾ ਹੈ। ਉਸ ਦੀ ਕਰਨੀ ਸੱਚ ਹੈ ਤੇ ਕਰਮ ਝੂਠ ਹੈ। ਬਾਬਾ ਜੀ ਕੀ ਸਤਿਪੁਰਸ਼ ਜੋ ਕਹਿ ਰਿਹਾ ਹੈ ਉਹ ਪੂਰਨ ਪ੍ਰਜੰਸ ਵਿੱਚੋਂ ਕਹਿ ਰਿਹਾ ਹੈ, ਤਾਂ ਫਿਰ ਕੀ ਉਸ ਦੇ ਕਰਮ ਵੀ ਪੂਰਨ ਪ੍ਰਜੰਸ ਵਿੱਚੋਂ ਨਹੀਂ ਹਨ? ਕੀ ਸਤਿਪੁਰਸ਼ ਕਰਮ ਕਰਨ ਵੇਲੇ ਪੂਰਨ ਪ੍ਰਜੰਸ ਵਿੱਚ ਨਹੀਂ ਹੁੰਦੇ? ਕੀ ਇਸ ਦਾ ਮੀਨਿੰਗ ਇਹ ਹੋਇਆ ਕਿ ਮਨੁੱਖ ਦੇ ਕਰਮ ਤੇ ਸੰਤ ਦੀ ਕਰਨੀ ਦੇਖੋ? ਮਨੁੱਖ ਦੇ ਕਰਨੀ ਤੇ ਸੰਤ ਦਾ ਕਰਮ ਦੇਖੋ। ਪਲੀਜ਼ ਬਾਬਾ ਜੀ ਗਾਈਡ ਕਰਨਾ। ਗੁਰਤੇਜ ਸਿੰਘ ਲੁਧਿਆਣਾ। ਬਾਬਾ ਜੀ ਤੁਹਾਡਾ ਧਿਆਨ ਅਨੰਤ ਕੀਮਤੀ ਹੈ। ਡਿਸਟਰਬ ਨਹੀਂ ਕਰਨਾ ਚਾਹੁੰਦਾ, ਪਰ ਤੁਹਾਡੀ ਗਾਈਡੈਂਸ ਕਲੈਰਿਟੀ ਵੀ ਅਤੀ ਜ਼ਰੂਰੀ ਹੈ, ਕਿਉਂਕਿ ਹੋਰ ਕੋਈ ਵੀ ਇਸ ਵੇਲੇ ਪੂਰੇ ਸੰਸਾਰ ਵਿੱਚ ਗਾਈਡੈਂਸ ਦੇਣ ਵਾਲਾ ਨਹੀਂ ਹੈ। ਪਲੀਜ਼ ਬਾਬਾ ਜੀ ਮਾਫ਼ ਕਰਨਾ। ਪਹਿਲੀ ਤਾਂ ਗੱਲ ਇਹ ਹੈ ਵੀ ਅਧਿਆਤਮ ਸੰਸਾਰਿਕ ਸੋਚ ਤੋਂ ਬਿਲਕੁਲ ਉਲਟ ਹੈ। ਇਹ ਗੱਲ ਬਹੁਤ ਗਹਿਰਾਈ ਨਾਲ ਸਮਝਣ ਯੋਗ ਹੈ। ਸੰਸਾਰਿਕ ਵਿਚਾਰਧਾਰਾ ਵਾਲਾ ਸਤਿਪੁਰਸ਼ ਨੂੰ ਨਹੀਂ ਸਮਝ ਸਕਦਾ, ਤੇ ਸੰਸਾਰਿਕ ਵਿਚਾਰਧਾਰਾ ਦੇ ਤਲ 'ਤੇ ਹੀ ਇਹ ਜੋ ਧਾਰਮਿਕ ਲੋਕ ਹਨ ਉਹ ਵੀ ਜੀ ਰਹੇ ਹਨ। ਸੰਸਾਰਿਕ ਹੀ ਹਨ, ਸਮਾਜ ਦੇ ਪੱਧਰ 'ਤੇ ਹੀ ਜੀ ਰਹੇ ਹਨ। ਇਸ ਕਾਰਨ ਧਾਰਮਿਕ ਲੋਕ ਵੀ ਐਸਾ ਹੀ ਕਹਿੰਦੇ ਹਨ ਵੀ ਮਨੁੱਖ ਦੇ ਕਰਮ ਦੇਖੋ, ਕੀ ਹਨ, ਕੀ ਕਰ ਰਿਹਾ ਹੈ। ਉਹਦੇ ਤੋਂ ਹੀ ਜੱਜਮੈਂਟ ਹੋ ਜਾਂਦੀ ਹੈ ਵੀ ਇਹ ਆਦਮੀ ਕੈਸਾ ਹੈ। ਸੰਸਾਰਿਕ ਤਲ 'ਤੇ ਤਾਂ ਬਿਲਕੁਲ ਠੀਕ ਹੈ, ਕਿਉਂਕਿ ਸੰਸਾਰੀ ਮਨੁੱਖ ਨੂੰ ਸਿਆਣਨਾ ਹੋਵੇ ਤੇ ਤੁਸੀਂ ਸਿਆਣ ਸਕਦੇ ਹੋ ਉਹਦੇ ਕਰਮ ਤੋਂ ਹੀ, ਤੇ ਕਰਮਾਂ ਨੂੰ ਦੇਖ ਦੇਖ ਕੇ ਹੀ ਮਨੁੱਖਾਂ ਦੀਆਂ ਜਾਤੀਆਂ ਬਣੀਆਂ ਹੋਈਆਂ ਹਨ। ਜੈਸਾ ਕੋਈ ਕਰਮ ਕਰਦਾ ਸੀ ਵੈਸੀ ਉਹਦੀ ਜਾਤ, ਉਹਨੂੰ ਵੈਸਾ ਹੀ ਸਮਝ ਲਿਆ ਗਿਆ। ਪਰ ਆਮ ਸਧਾਰਨ ਸੰਸਾਰਿਕ ਪੱਧਰ 'ਤੇ ਤਾਂ ਗੱਲ ਠੀਕ ਹੈ ਵੀ ਜੈਸਾ ਕੋਈ ਕਰਮ ਕਰ ਰਿਹਾ ਹੈ। ਹੁਣ ਕੋਈ ਪਸ਼ੂਆਂ ਦੀ ਖੱਲ ਲਾ ਕੇ ਮਰਿਆਂ ਹੋਇਆਂ ਦੀ ਤੇ ਜੋੜੇ ਬਣਾ ਕੇ ਵੇਚ ਰਿਹਾ ਹੈ, ਤੇ ਉਹਨੂੰ ਦੇਖਣ ਵਾਲਾ ਸ਼ੂਦਰ ਕਹਿ ਦਿੰਦਾ ਹੈ ਵੀ ਨੀਚ ਕਰਮ ਕਰ ਰਿਹਾ ਹੈ, ਨੀਚਾਂ ਵਾਲੇ ਕਰਮ।
ਪਰ ਉਹ ਅੰਦਰੋਂ ਨੀਚ ਨਹੀਂ ਹੈ ਨਾ। ਹੁਣ ਅੰਦਰੋਂ ਤਾਂ ਕੋਈ ਦੇਖ ਨਹੀਂ ਸਕਦਾ, ਅਤੇ ਉਪਦੇਸ਼ ਨੂੰ ਕੋਈ ਉਸ ਸਮੇਂ ਸਮਝਦਾ ਨਹੀਂ ਹੈ। ਹੁਣ ਬਾਹਰੋਂ ਕੋਈ ਮਾਸ ਵੇਚ ਰਿਹਾ ਹੈ ਸਦਨੇ ਵਾਂਗੂ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ। ਹੁਣ ਉਹਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਵੀ ਇਹ ਮਹਾਂਪੁਰਸ਼ ਹੈ, ਕਿਉਂਕਿ ਲੋਕ ਤਾਂ ਕਰਮ ਹੀ ਦੇਖਦੇ ਹਨ। ਉਹ ਤਾਂ ਕਸਾਈ ਕਹਿੰਦੇ ਹੋਣਗੇ ਉਸ ਸਦਨਾ ਕਸਾਈ। ਇਸੇ ਕਾਰਨ ਹੀ ਜਦੋਂ ਸਤਪੁਰਸ਼ ਹੁੰਦੇ ਹਨ ਉਦੋਂ ਬਹੁਤ ਲੋਕ ਘੱਟ ਉਹਨਾਂ ਨਾਲ ਜੁੜਦੇ ਹਨ, ਕਿਉਂਕਿ ਲੋਕ ਕਰਮ ਦੇਖਦੇ ਹਨ ਬਾਹਰ, ਅਤੇ ਕਰਮ ਦੇਖ ਕੇ ਹੀ ਆਈਡੀਆ ਲਾਉਂਦੇ ਹਨ, ਕਿਆਫਾ ਲਾਉਂਦੇ ਹਨ। ਅਜੋਕੇ ਸਮੇਂ 'ਚ ਵੀ ਐਸਾ ਹੀ ਮੈਂ ਵੀ ਬਹੁਤ ਵਾਰ ਸੁਣਿਆ ਹੈ ਕਈ ਜਗਿਆਸੂਆਂ ਕੋਲੋਂ, ਧਾਰਮਿਕ ਲੋਕਾਂ ਕੋਲੋਂ। ਉਹ ਕਹਿੰਦੇ ਹਨ ਸੰਤ ਮਹਾਂਪੁਰਸ਼ ਦੀ ਖੋਜ ਕਰ ਰਹੇ ਹਾਂ। ਕਿਵੇਂ ਕਰਦੇ? ਉਹਦੇ ਬਾਹਰ ਕਰਮ ਦੇਖਦੇ ਹਨ ਵੀ ਕੀ ਕਰ ਰਿਹਾ, ਅਤੇ ਉਹਨਾਂ ਨੂੰ ਜ਼ਿਆਦਾਤਰ ਪਾਖੰਡੀ ਮਿਲ ਜਾਂਦੇ ਹਨ, ਕਿਉਂਕਿ ਉਹ ਵੀ ਜਾਣਦੇ ਹਨ ਲੋਕ ਕਰਮਾਂ ਤੋਂ ਪ੍ਰਭਾਵਿਤ ਹੁੰਦੇ ਹਨ, ਅਤੇ ਜਿਹੜੇ ਪਾਖੰਡੀ ਹਨ ਉਹ ਬਾਹਰੋਂ ਫਿਰ ਕਰਮ ਦਿਖਾਉਂਦੇ ਹਨ। ਧਾਰਮਿਕ ਲੋਕ ਬਣ ਠਣ ਕੇ, ਅਤੇ ਜੈਸੇ ਲੋਕ ਚਾਹੁੰਦੇ ਹਨ ਵੈਸਾ ਹੀ ਉਹ ਬਾਹਰੋਂ ਧਾਰਮਿਕ ਕਰਮਕਾਂਡ ਦਿਖਾਉਂਦੇ ਹਨ, ਅਤੇ ਉਹਨਾਂ ਦੀ ਚਰਚਾ ਕਰਦੇ ਹਨ, ਬੜੀ ਪਾਠ ਪੂਜਾ ਕਰਦੇ, ਬਾਹਰੋਂ ਧਾਰਮਿਕ ਪਹਿਰਾਵਾ ਪਾਉਂਦੇ, ਬਾਹਰੋਂ ਵਿਨਮਰਤਾ ਦਿਖਾਉਂਦੇ, ਸੇਵਾ ਦਿਖਾਉਂਦੇ, ਪਰ ਜਿਹੜਾ ਜਾਗਿਆ ਹੋਇਆ ਹੈ ਉਹ ਬਾਹਰੋਂ ਕੁਛ ਵੀ ਨਹੀਂ ਦਿਖਾਉਂਦਾ ਹੈ। ਉਹਦੇ ਸਹਿਜ ਕਰਮ ਹੁੰਦੇ ਹਨ। ਫਿਰ ਉਹਦੇ ਕਰਮਾਂ ਦੇ ਵਿੱਚ ਨਾ ਧਾਰਮਿਕ ਛਾਪ ਹੈ, ਨਾ ਸਮਾਜਿਕ ਰਹੁ ਰੀਤੀਆਂ ਹਨ। ਇਸ ਕਾਰਨ ਸਮਾਜਿਕ ਲੋਕ, ਸੰਸਾਰਿਕ ਲੋਕ ਵੀ ਉਹਦਾ ਵਿਰੋਧ ਕਰਦੇ ਹਨ। ਧਾਰਮਿਕ ਲੋਕ ਤਾਂ ਜ਼ਿਆਦਾ ਵਿਰੋਧ ਕਰਦੇ ਹਨ, ਕਿਉਂਕਿ ਧਾਰਮਿਕ ਲੋਕ ਦੇਖਦੇ ਹਨ ਬਾਹਰੋਂ ਧਾਰਮਿਕ ਕਰਮਕਾਂਡ ਤੇ ਕਰ ਹੀ ਨਹੀਂ ਰਿਹਾ ਹੈ ਮਨੁੱਖ, ਵੀ ਨਾ ਪਾਠ ਪੂਜਾ ਕਰਦਾ, ਨਾ ਜਪ ਤਪ ਕਰਦਾ, ਨਾ ਬਰਸੀਆਂ ਮਨਾਉਂਦਾ, ਗੁਰਪੁਰਬ ਮਨਾਉਂਦਾ, ਮੱਸਿਆ ਮਨਾਉਂਦਾ ਜਾਂ ਸੰਗਰਾਂਦ, ਕੁਛ ਵੀ ਨਹੀਂ ਕਰ ਰਿਹਾ ਹੈ ਬਾਹਰ, ਨਾ ਹਵਨ ਜੱਗ ਕਰਾਉਂਦਾ ਨਾ। ਹੁਣ ਧਾਰਮਿਕ ਕੋਈ ਵੀ ਕਰਮ ਨਹੀਂ ਜਿਹੜਾ ਕਰ ਰਿਹਾ ਹੈ, ਉਹਨੂੰ ਧਾਰਮਿਕ ਲੋਕ ਧਾਰਮਿਕ ਸਮਝਣਗੇ ਕਿਵੇਂ? ਇਹ ਵੀ ਤੁਸੀਂ ਸੋਚੋ। ਧਾਰਮਿਕ ਲੋਕ ਤਾਂ ਧਾਰਮਿਕ ਸਮਝਦੇ ਨਹੀਂ ਹੈ, ਸਗੋਂ ਵਿਰੋਧ ਕਰਦੇ ਹਨ ਵੀ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਆਪ ਤਾਂ ਧਾਰਮਿਕ ਨਹੀਂ ਹੈ, ਲੋਕਾਂ ਨੂੰ ਵੀ ਅਧਾਰਮਿਕ ਬਣਾ ਰਿਹਾ ਹੈ, ਉਹਨਾਂ ਦਾ ਧਰਮ ਛਡਾ ਰਿਹਾ ਹੈ, ਅਤੇ ਬਹੁਤ ਵਿਰੋਧ ਹੁੰਦਾ ਹੈ। ਅਤੇ ਸੰਸਾਰਿਕ ਲੋਕ ਵੀ ਦੇਖਦੇ ਹਨ ਵੀ ਇਹ ਸਾਡੇ ਵਾਂਗੂ ਵੀ ਕਰਮ ਨਹੀਂ ਕਰ ਰਿਹਾ ਹੈ, ਸੰਸਾਰਿਕ ਵੀ ਨਹੀਂ ਹੈ, ਇਹ ਤਾਂ ਗਿਆ ਬੀਤਿਆ ਹੈ ਬਿਲਕੁਲ। ਅਤੇ ਸੰਸਾਰਿਕ ਲੋਕ ਵੀ ਵਿਰੋਧ ਕਰਦੇ ਹਨ, ਅਤੇ ਜਦੋਂ ਉਹ ਮੌਜੂਦ ਹੁੰਦਾ ਹੈ ਉਦੋਂ ਤਾਂ ਕੋਈ ਵਿਰਲਾ ਜਗਿਆਸੂ ਜਿਹਦੇ ਅੰਦਰ ਪਿਆਸ ਅਤੇ ਤੜਫ ਹੁੰਦੀ ਹੈ ਪ੍ਰਭੂ ਮਿਲਣ ਦੀ, ਉਹ ਹੀ ਜੁੜਦਾ। ਬਾਕੀ ਤਾਂ ਜ਼ਿਆਦਾਤਰ ਵਿਰੋਧ ਕਰਦੇ ਹਨ, ਕਿਉਂਕਿ ਬਾਹਰੋਂ ਦੇਖਦੇ, ਅਤੇ ਬਾਹਰੋਂ ਜਿਹੜਾ ਤਲ ਉਹਨਾਂ ਦਾ ਦੇਖਿਆ ਜਾ ਰਿਹਾ ਹੈ ਉਸ ਤਲ 'ਤੇ ਉਹ ਜੀਂਦੇ ਨਹੀਂ ਹਨ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਹੜਾ ਜਾਗਰਤ ਪੁਰਸ਼ ਹੈ ਨਾ, ਉਹ ਸਰੀਰ ਦੇ ਤਲ 'ਤੇ ਬਹੁਤਾ ਜੀਂਦਾ ਨਹੀਂ ਹੈ, ਅਤੇ ਉਹਦਾ ਸਹਿਜ ਸੁਭਾਅ ਹੀ ਸਫੁਰਤ ਹੀ ਕਰਮ ਹੁੰਦੇ ਹਨ, ਪ੍ਰਕਿਰਤੀ ਦੁਆਰਾ ਕਹਿ ਲਓ ਜਾਂ ਪਰਮਾਤਮਾ ਦੁਆਰਾ ਕਹਿ ਲਓ। ਇਸ ਕਰਕੇ ਜ਼ਰੂਰੀ ਨਹੀਂ ਹੈ ਵੀ ਸਮਾਜਿਕ ਵਿਚਾਰਧਾਰਾ ਦੇ ਅਨੁਕੂਲ ਹੀ ਉਹਦੇ ਕੋਲ ਕਰਮ ਹੁੰਦੇ, ਜ਼ਿਆਦਾਤਰ ਵਿਚਾਰਧਾਰਾ ਤੋਂ ਉਲਟ ਹੋਣਗੇ, ਅਤੇ ਧਾਰਮਿਕ ਵਿਚਾਰਧਾਰਾ ਤੋਂ ਤਾਂ ਬਿਲਕੁਲ ਉਲਟ ਹੋਣਗੇ। ਧਰਮ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਪਾਖੰਡ ਹੈ ਬਿਲਕੁਲ, ਕਿਉਂਕਿ ਉਹ ਇਸ ਤਲ ਨੂੰ ਦੇਖਦਾ ਹੈ ਬਿਲਕੁਲ ਝੂਠ, ਸੁਪਨੇ ਦੇ ਨਿਆਏ। ਤਾਂ ਉਹਨੂੰ ਕੋਈ ਪੁੰਨ ਪਾਪ ਵੀ ਨਹੀਂ ਹੈ, ਕਿਉਂਕਿ ਉਹ ਕਰਤਾ ਨਹੀਂ ਹੈ,
ਉਹ ਕਰਮ ਕਰ ਨਹੀਂ ਰਿਹਾ ਹੈ। ਉਹ ਜੋ ਕੋ ਸਹਿਜ ਸਫੁਰਤ ਹੁੰਦੇ ਹਨ। ਜਿਵੇਂ ਛੋਟਾ ਬੱਚਾ ਹੈ, ਛੋਟੇ ਬੱਚੇ ਨੂੰ ਤੁਸੀਂ ਪਾਪੀ ਥੋੜ੍ਹੀ ਕਹਿੰਦੇ ਹੋ ਅਗਰ ਹੱਤਿਆ ਵੀ ਕਰ ਦੇਵੇ, ਕਿਉਂਕਿ ਉਹ ਕਰਨਾ ਚਾਹੁੰਦਾ ਨਹੀਂ ਹੈ ਨਾ। ਇਸੇ ਕਾਰਨ ਪਾਗਲਾਂ ਨੂੰ ਵੀ ਕਹਿੰਦੇ ਬਰੀ ਕਰ ਦਿੰਦੀ ਹੈ ਅਦਾਲਤ, ਕਿਉਂਕਿ ਉਹ ਕਰਨਾ ਥੋੜ੍ਹੀ ਚਾਹੁੰਦਾ ਸੀ। ਹੋ ਗਈ, ਪਰ ਸਤਿਪੁਰਖ ਪੂਰਨ ਜਾਗ ਪਏ। ਤੁਸੀਂ ਪੁੱਛਿਆ ਹੈ ਨਾ ਵੀ ਸਤਿਪੁਰਖ ਪੂਰਨ ਪ੍ਰਜੰਸ ਵਿੱਚ ਨਹੀਂ ਕਰਮ ਕਰਦੇ ਹਨ। ਨਹੀਂ, ਕਰਮਾਂ ਵਿੱਚ ਨਹੀਂ ਹੁੰਦੇ ਹਨ। ਉਹਨਾਂ ਦੀ ਹੋਸ਼ ਜਿਹੜੀ ਹੈ ਨਾ, ਜਾਗਰੂਕਤਾ ਕਹਿ ਲਓ, ਉਹ ਸੰਪੂਰਨ ਹੁੰਦੀ ਹੈ, ਵਿਰਾਟ ਹੁੰਦੀ ਹੈ। ਅਤੇ ਕਰਮ ਉਹਨਾਂ ਦੇ ਸਹਿਜ ਪ੍ਰਕਿਰਤੀ ਦੇ ਅਨੁਕੂਲ ਹੁੰਦੇ ਹਨ। ਜਿਵੇਂ ਸਰੀਰ ਨੂੰ ਭੁੱਖ ਲੱਗੀ ਤਾਂ ਉਹਨਾਂ ਨੂੰ ਤੁਸੀਂ ਭੋਜਨ ਦਿਓਗੇ ਤਾਂ ਜੋ ਸਰੀਰ ਦੇ ਅਨੁਕੂਲ ਹੈ ਉਹ ਸਰੀਰ ਆਪਣੇ ਆਪ ਹੀ ਲੈ ਲੈਂਦਾ ਹੈ, ਜੋ ਸੁਭਾਵਿਕ ਹੈ। ਜੋ ਨਹੀਂ ਸਰੀਰ ਦੇ ਅਨੁਕੂਲ ਨਹੀਂ ਲੈਂਦਾ, ਜਿਵੇਂ ਛੋਟਾ ਬੱਚਾ ਅਤੇ ਸਹਿਜ ਹੈ, ਫਿਰ ਉਹ ਆਪਣੇ ਆਪ ਨੂੰ ਪਰਮਾਤਮਾ ਦੇ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਨ। ਫਿਰ ਪਰਮਾਤਮਾ ਨੇ ਜਿਨ੍ਹਾਂ ਨੂੰ ਸੰਸਾਰ ਵਿੱਚੋਂ ਕੱਢਣਾ ਹੈ, ਜਿਵੇਂ ਜਿਵੇਂ ਕੱਢਣਾ ਹੈ, ਵੈਸੇ ਵੈਸੇ ਉਹ ਇਸ ਸਰੀਰ ਦੁਆਰਾ ਕਰਮ ਕਰਵਾਉਂਦਾ ਹੈ। ਅਤੇ ਪਰਮਾਤਮਾ ਤਾਂ ਕੋਈ ਹਿੰਦੂ ਮੁਸਲਮਾਨ ਨਹੀਂ ਹੈ ਵੀ ਧਾਰਮਿਕ ਕਰਮ ਕਾਂਡ ਕਰਵਾਊਗਾ। ਉਹ ਸਿਰਫ ਜਿਹੜੇ ਪੱਕਣ ਵਾਲੇ ਫਲ ਹਨ ਉਹਨਾਂ ਨੂੰ ਪਕਾਉਂਦਾ ਹੈ, ਅਤੇ ਜਿਹੜੇ ਪੱਕ ਜਾਂਦੇ ਹਨ ਸੰਸਾਰ ਰੂਪੀ ਦਰੱਖਤ 'ਤੇ ਉਹਨਾਂ ਨੂੰ ਤੋੜ ਲੈਂਦਾ ਹੈ, ਅਤੇ ਉਹਦੇ ਦੁਆਰਾ ਹੁੰਦੇ ਹਨ। ਇਸ ਕਰਕੇ ਸਤਿਪੁਰਖ ਸਦਾ ਹੀ ਨਿਸ਼ਚਿੰਤ ਰਹਿੰਦੇ ਹਨ, ਕਿਉਂਕਿ ਉਹ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਰੱਖਦੇ ਵੀ ਲੋਕ ਕੀ ਕਹਿਣਗੇ, ਮੈਂ ਐਸਾ ਕਰਤਾ, ਲੋਕ ਐਸਾ ਨਾ ਸਮਝਣ, ਲੋਕ ਵੈਸਾ ਨਾ ਸਮਝਣ। ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਹੈ, ਕਿਉਂਕਿ ਉਹਨਾਂ ਦਾ ਕਰਤਾ ਭਾਵ ਨਹੀਂ ਹੈ। ਹੁਣ ਜਿਹੜਾ ਕੋਈ ਕਰਤਾ ਭਾਵ ਕਰਕੇ ਕਰਮ ਕਰ ਰਿਹਾ ਹੈ ਉਹ ਤਾਂ ਡਰੇਗਾ ਹੀ ਨਾ, ਲੋਕ ਕੀ ਕਹਿਣਗੇ। ਜਿਵੇਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜਦੋਂ ਮਾਤਾ ਕੌਲਾਂ ਨੂੰ ਲੈ ਆਏ ਸੀ ਨਠਾ ਕੇ, ਘੋੜੇ 'ਤੇ ਬਿਠਾ ਕੇ, ਤਾਂ ਉਹਨਾਂ ਨੇ ਇਹ ਥੋੜ੍ਹੀ ਸੋਚਿਆ ਸੀ ਲੋਕ ਕੀ ਕਹਿਣਗੇ। ਅਤੇ ਬਹੁਤ ਵਿਰੋਧ ਹੋਇਆ ਹੋਵੇਗਾ, ਬਹੁਤ ਸਿੱਖ ਟੁੱਟ ਗਏ ਹੋਣਗੇ। ਤੁਸੀਂ ਸੋਚੋ, ਆਪ ਖਿਆਲ ਕਰੋ ਵੀ ਗੁਰੂ ਇਹੋ ਜਿਹਾ ਕੰਮ ਕਰੇ, ਕਿਸੇ ਦੀ ਇਸਤਰੀ ਨੂੰ ਰਾਤ ਨੂੰ ਫਿਰ ਚੋਰੀ ਪਿੱਛੇ ਦੀ ਘੋੜੇ 'ਤੇ ਬਿਠਾ ਕੇ ਨਠਾ ਲਿਆਵੇ, ਅਤੇ ਤੁਸੀਂ ਕੀ ਕਹੋਗੇ, ਉਹਨੂੰ ਗੁਰੂ ਕਹੋਗੇ? ਸਮਾਜਿਕ ਢੰਗ ਦੇ ਨਾਲ ਤੇ ਬਹੁਤ ਕਰਮ ਮਾੜਾ ਹੈ ਨਾ। ਧਾਰਮਿਕ ਲੋਕ ਤੇ ਧਾਰਮਿਕ ਵੀ ਨਹੀਂ ਕਹਿਣਗੇ, ਸੰਸਾਰਿਕ ਲੋਕ ਵੀ ਸਗੋਂ ਈਰਖਾ ਕਰਨਗੇ, ਕਹਿਣਗੇ ਵੀ ਇਹ ਵੀ ਗਿਆ ਬੀਤੇ ਹੀ ਆਦਮੀ ਕੈਸਾ ਕਰਮ ਕਰ ਰਿਹਾ ਹੈ, ਕਿਸੇ ਦੀ ਜਨਾਨੀ ਨੂੰ ਨਠਾ ਲਿਆ। ਸਮਾਜਿਕ ਤਲ 'ਤੇ ਵੀ ਕਰਮ ਠੀਕ ਨਹੀਂ ਹੈ ਨਾ। ਸਮਾਜ ਵੀ ਐਸਾ ਨਹੀਂ ਨਾ ਚਾਹੁੰਦਾ ਵੀ ਐਸਾ ਕੋਈ ਕਰੇ, ਉਹਦੀ ਨਿੰਦਾ ਕਰਦਾ, ਉਹਨੂੰ ਪਾਪੀ ਕਹਿੰਦਾ। ਪਰ ਉਹ ਐਸਾ ਨਹੀਂ ਸੋਚ ਰਹੇ ਹਨ, ਉਹ ਸਮਾਜਿਕ ਢੰਗ ਦੇ ਨਾਲ ਨਹੀਂ ਸੋਚਦੇ। ਉਹਨਾਂ ਨੂੰ ਸਹਿਜ ਸਫੁਰਤ ਅੰਦਰੋਂ ਜੋ ਪ੍ਰੇਰਨਾ ਮਿਲਦੀ ਹੈ ਉਹ ਵੈਸਾ ਹੀ ਕਰ ਲੈਂਦੇ ਹਨ। ਅੰਜਾਮ ਕੁਛ ਵੀ ਹੋਵੇ ਉਹ ਪਰਵਾਹ ਨਹੀਂ ਕਰਦੇ। ਇਸੇ ਕਾਰਨ ਹੀ ਸਤਿਪੁਰਖ ਨੂੰ ਜੀਂਦੇ ਜੀ ਕੋਈ ਸਿਆਣ ਨਹੀਂ ਸਕਦਾ। ਆਮ ਸੰਸਾਰਿਕ ਵਿਅਕਤੀ, ਧਾਰਮਿਕ ਲੋਕ ਵੀ ਨਹੀਂ ਸਿਆਣਦੇ ਹਨ, ਕਿਉਂਕਿ ਉਹਨਾਂ ਦੇ ਉਪਦੇਸ਼ ਤੇ ਸਮਝ ਵਿੱਚ ਆਉਂਦੇ ਨਹੀਂ ਹਨ। ਕਿਉਂਕਿ ਉਸ ਸਮੇਂ ਜੋ ਧਾਰਮਿਕ ਵਿਚਾਰਧਾਰਾ ਹੈ ਉਸ ਤੋਂ ਅੱਗੇ ਦੇ ਹਨ, ਇਸ ਕਰਕੇ ਸਮਝ ਵਿੱਚ ਨਹੀਂ ਆਉਂਦੇ। ਖਿਆਲ ਵਿੱਚ ਰੱਖਿਓ, ਜਦੋਂ ਕੋਈ ਜਾਗਰਤ ਪੁਰਸ਼ ਬੋਲਦਾ ਹੈ ਨਾ, ਉਸ ਸਮੇਂ ਤੋਂ ਥੋੜ੍ਹਾ ਜਿਹਾ ਅੱਗੇ ਬੋਲਦਾ ਹੈ। ਇਸ ਕਰਕੇ ਉਸ ਸਮੇਂ ਦੇ ਵਿਚਾਰਕਾਂ ਨੂੰ ਵੀ ਉਹ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ ਹਨ, ਬਹੁਤ ਸਮੇਂ ਬਾਅਦ ਆਉਂਦੀਆਂ ਵੀ ਠੀਕ ਕਹਿੰਦੇ ਸਨ।
ਤੇ ਉਹਨਾਂ ਦੇ ਬਚਨ ਤੇ ਸਮਝ ਵਿੱਚ ਆਉਂਦੇ ਨਹੀਂ ਹਨ, ਉਪਦੇਸ਼ ਸਮਝ ਵਿੱਚ ਨਹੀਂ ਆਉਂਦੇ ਹਨ। ਤੇ ਉਦੋਂ ਹੀ ਆਉਣਗੇ ਜਦੋਂ ਉਹਨਾਂ ਉਪਦੇਸ਼ਾਂ ਤੇ ਕੋਈ ਅਮਲ ਕਰੇਗਾ, ਫਿਰ ਪਤਾ ਲੱਗੇਗਾ ਵੀ ਠੀਕ ਹਨ। ਤੇ ਅਮਲ ਕਰਨਾ ਔਖਾ ਹੈ। ਤੇ ਲੋਕ ਬਾਹਰ ਕਰਮ ਦੇਖਦੇ ਹਨ, ਪਰ ਕਰਮ ਉਹਨਾਂ ਦੇ ਵਾਸਤਵਿਕ ਨਹੀਂ ਹੁੰਦੇ ਹਨ। ਇਸ ਕਰਕੇ ਕਰਮਾਂ ਤੋਂ ਲੋਕ ਪ੍ਰਭਾਵਿਤ ਨਹੀਂ ਹੁੰਦੇ ਹਨ, ਸਤਿਪੁਰਖ ਦੇ ਜੀਂਦੇ ਜੀ। ਹਾਂ, ਉਹਨਾਂ ਦੇ ਜਾਣ ਤੋਂ ਬਾਅਦ ਫਿਰ ਸੰਸਾਰਿਕ ਲੋਕ ਇਤਿਹਾਸ ਲਿਖਦੇ ਹਨ ਅਤੇ ਉਹਨਾਂ ਦੇ ਚੰਗੇ ਚੰਗੇ ਕਰਮ ਲਿਖਦੇ ਹਨ, ਉਹਨਾਂ ਦੇ ਬੜੇ ਚਮਤਕਾਰਾਂ ਦਾ ਜ਼ਿਕਰ ਕਰਦੇ ਹਨ, ਤਾਂ ਕਿ ਵੱਧ ਤੋਂ ਵੱਧ ਲੋਕ ਪ੍ਰਭਾਵਿਤ ਹੋਣ ਅਤੇ ਸਾਂਝੇ ਸਮਾਜ ਦੇ ਨਾਲ, ਸਾਡੀ ਸੰਪਰਦਾ ਦੇ ਨਾਲ, ਸਾਡੇ ਧਰਮ ਦੇ ਨਾਲ, ਇਸ਼ਟ ਦੇ ਨਾਲ ਜ਼ਿਆਦਾ ਜੁੜਨ। ਤੁਸੀਂ ਵੀ ਦੇਖਿਆ ਹੈ ਨਾ, ਜਿਨ੍ਹਾਂ ਦਾ ਇਤਿਹਾਸ ਜ਼ਿਆਦਾ ਵਧੀਆ ਢੰਗ ਦੇ ਨਾਲ ਲਿਖਿਆ ਗਿਆ ਹੋਵੇ, ਭਾਵ ਕਿ ਬਹੁਤ ਚਮਤਕਾਰ, ਭਲੇ ਭਲੇ ਦੇ ਕੰਮ, ਬਹੁਤ ਚੰਗੇ ਕਰਮ, ਵੀ ਸਾਡੇ ਵਰਗੇ ਮਹਾਂਪੁਰਸ਼ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਇਹੋ ਜਿਹੇ ਸੰਸਾਰ ਵਿੱਚ ਨਹੀਂ। ਦੇਖੋ ਕੈਸੇ ਕਰਮ ਕੀਤੇ ਉਹਨਾਂ ਨੇ, ਕਿੰਨੇ ਚਮਤਕਾਰ ਹੋਏ। ਸਾਡੇ ਵਰਗੇ ਗੁਰੂ, ਸਾਡੇ ਵਰਗੇ ਮਹਾਂਪੁਰਸ਼ ਤਾਂ ਉਹਨਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਜੁੜਨ। ਪਰ ਵਾਸਤਵਿਕ ਦੇ ਵਿੱਚ ਜਦੋਂ ਉਹ ਮੌਜੂਦ ਹੁੰਦੇ ਹਨ ਤਾਂ ਉਹਨਾਂ ਦੇ ਕਰਮ ਬਹੁਤ ਸਹਿਜ ਹੁੰਦੇ ਆ। ਇਸ ਕਰਕੇ ਉਹ ਇਤਿਹਾਸ ਕਰਮਾਂ ਦਾ ਲਿਖਾਉਂਦੇ ਨਹੀਂ ਹਨ, ਕਿਉਂਕਿ ਕਰਮ ਵਾਸਤਵਿਕ ਨਹੀਂ ਹਨ, ਉਹ ਉਪਦੇਸ਼ਾਂ ਨੂੰ ਲਿਖਾਉਂਦੇ ਹਨ। ਇਸੇ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਪਦੇਸ਼ ਹਨ, ਕੋਈ ਵੀ ਇਤਿਹਾਸ ਨਹੀਂ ਹੈ। ਇਹ ਮੈਂ ਵਾਰ-ਵਾਰ ਕਹਿੰਦਾ, ਇਤਿਹਾਸ ਕਿਸੇ ਸਤਿਪੁਰਸ਼ ਨੇ ਨਹੀਂ ਲਿਖਾਇਆ ਹੈ, ਕਿਉਂਕਿ ਇਤਿਹਾਸ ਵਾਸਤਵਿਕ ਨਹੀਂ ਹੈ, ਕਿਉਂਕਿ ਸਰੀਰ ਹੀ ਵਾਸਤਵਿਕ ਨਹੀਂ ਹੈ, ਸਰੀਰ ਹੀ ਮਿਥਿਆ ਹੈ। ਅਤੇ ਮਿਥਿਆ ਦੁਆਰਾ ਜੋ ਕਰਮ ਹੋਣਗੇ ਉਹ ਵੀ ਮਿਥਿਆ ਹੀ ਹੋਣਗੇ, ਪਰ ਜੋ ਕਹਿ ਰਹੇ ਹਨ ਉਹ ਪੂਰਨ ਸੱਤ ਹੈ।